ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਭਾਰਤ ਦੇ ਪ੍ਰਸਿੱਧ ਭਗਤਾਂ ਵਿੱਚੋਂ ਇੱਕ ਹੋਏ ਹਨ। ਆਪ ਜੀ ਦਾ ਪ੍ਰਕਾਸ਼ ਜੇਠ ਸੁਦੀ 15 ਸੰਮਤ 1455 ਨੂੰ ਬਨਾਰਸ ਵਿੱਚ ਹੋਇਆ। ਇਹਨਾਂ ਦੀ ਮਾਤਾ ਨੇ ਇਸ ਨਵੇਂ ਜਨਮੇ ਬਾਲਕ ਨੂੰ ਬਨਾਰਸ ਲਾਗੇ ਇੱਕ ਨਹਿਰ ਪਾਸ ਰੱਖ ਦਿੱਤਾ। ਉੱਥੋਂ ਇਸ ਨਵ ਜਨਮੇ ਬਾਲਕ ਨੂੰ ਇੱਕ ਨੀਰੂ ਜੁਲਾਹੇ ਨੇ ਚੁੱਕ ਕੇ ਆਪਣੇ ਘਰ ਲੈ ਆਂਦਾ। ਨੀਰੂ ਦੀ ਸੁਪਤਨੀ ਨੇ ਇਸ ਨੂੰ ਆਪਣੇ ਪੁੱਤਰ ਸਮਾਨ ਹੀ ਦੇਖਭਾਲ ਕਰਕੇ ਪਾਲਿਆ। ਉਪਰੰਤ ਸਮੇਂ ਅਨੁਸਾਰ ਇਸ ਦਾ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਮ ਰੱਖਿਆ ਗਿਆ ਅਤੇ ਇਸਲਾਮ ਦੀ ਸਿਖਲਾਈ ਦਿੱਤੀ ਗਈ। ਪਰ ਕਬੀਰ ਜੀ ਦਾ ਸੁਭਾਵਕ ਹੀ ਝੁਕਾਓ ਹਿੰਦੂ ਮਤ ਵੱਲ ਸੀ। ਜਦ ਜਵਾਨ ਹੋਏ ਤਾਂ ਇਹਨਾਂ ਦਾ ਵਿਵਾਹ ਲੋਈ ਨਾਲ ਹੋਇਆ, ਜਿਸ ਤੋਂ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਕਮਾਲਾ ਰੱਖਿਆ ਗਿਆ। ਕਬੀਰ ਜੀ ਨੇ ਉਸ ਸਮੇਂ ਦੇ ਬਨਾਰਸ ਵਿੱਚ ਪ੍ਰਸਿੱਧ ਭਗਤ ਰਾਮਾਨੰਦ ਜੀ ਤੋਂ ਗੁਰੂ ਦਿਖਿਆ ਰਾਮ ਨਾਮ ਦਾ ਉਪਦੇਸ਼ ਲਿਆ ਅਤੇ ਵੈਸ਼ਨੋ ਮਤ ਗ੍ਰਹਿਣ ਕੀਤਾ। ਉਸ ਸਮੇਂ ਕਾਸ਼ੀ ਵਿਦਵਾਨਾਂ ਦਾ ਕੇਂਦਰ ਹੋਣ ਕਰਕੇ ਕਬੀਰ ਜੀ ਨੂੰ ਸਾਰੇ ਮਤ ਮਤਾਂਤਰਾਂ ਦੇ ਨਿਯਮ ਜਾਣਨ ਦਾ ਅਤੇ ਵਿਦਵਾਨਾਂ ਨਾਲ ਚਰਚਾ ਕਰਨ ਦਾ ਚੰਗਾ ਸਮਾਂ ਮਿਲਿਆ, ਜਿਸ ਕਰਕੇ ਚਤੁਰ ਹੋ ਗਏ ਅਤੇ ਫਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਜੀ ਬ੍ਰਹਮ ਗਿਆਨੀ ਦੀ ਪਦਵੀ ਨੂੰ ਪਹੁੰਚ ਗਏ ਅਤੇ ਆਪਣੇ ਅਨੇਕਾਂ ਸੰਗੀਆਂ ਨੂੰ ਗਿਆਨ ਮਾਰਗ ਦਰਸਾਇਆ। ਕਬੀਰ ਜੀ ਨੇ ਆਪਣੇ ਅੰਤਲੇ ਦਿਨ ਮਗਰ ਜ਼ਿਲ੍ਹਾ ਗੋਰਖਪੁਰ ਜਾ ਕੇ ਬਤੀਤ ਕੀਤੇ। ਉੱਥੇ ਹੀ ਆਪ ਜੀ ਦਾ ਦੇਹਾਂਤ ਸੰਮਤ 1575 ਵਿੱਚ ਹੋਇਆ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ ਇਹਨਾਂ ਦੇ ਚੇਲਿਆਂ ਨੇ ਕੀਤਾ। ਇਸ ਸੰਗ੍ਰਹਿ ਪੋਥੀ ਦਾ ਨਾਮ ਕਬੀਰ ਬੀਜਕ ਹੈ, ਜੋ ਧਰਮ ਦਾਸ ਚੇਲੇ ਨੇ ਸੰਮਤ 1581 ਵਿੱਚ ਲਿਖਿਆ ਅਤੇ ਰਿਆਸਤ ਰੀਵਾ ਵਿੱਚ ਰੱਖਿਆ ਹੋਇਆ ਹੈ। ਕਬੀਰ ਜੀ ਦੀ ਬਹੁਤ ਸਾਰੀ ਬਾਣੀ ਸ਼ਬਦਾਂ ਤੇ ਸ਼ਲੋਕਾਂ ਵਿੱਚ ਉਚਾਰਨ ਕੀਤੀ ਹੋਈ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 534 ਹੈ। ਸਾਧ ਸੰਗਤ ਜੀ, ਆਪਾਂ 243 ਸ਼ਲੋਕਾਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿਗੁਰੂ ਜੀ ਆਪ ਮਿਹਰ ਕਰਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1364 ਤੋਂ ਆਰੰਭ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾ ਕੋ ਸਿੱਖ ਬਿਸਰਾਮ। ਕਬੀਰ ਜੀ ਕਥਨ ਕਰਦੇ ਹਨ ਕਿ ਮੇਰੀ ਸਿਮਰਣੀ ਮਾਲਾ ਇਹੀ ਹੈ ਕਿ ਮੇਰੀ ਜ਼ਬਾਨ ਤੇ ਹਰ ਸਮੇਂ ਰਾਮ ਦਾ ਨਾਮ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਜੁਗਾਂ ਦੇ ਆਦ ਤੋਂ ਜੋ ਸਾਰੇ ਭਗਤ ਹੋਏ ਹਨ, ਉਹਨਾਂ ਨੇ ਵੀ ਇਸ ਰਾਮ ਨਾਮ ਦੀ ਮਾਲਾ ਦੁਆਰਾ ਹੀ ਆਤਮ ਸੁਖ ਪ੍ਰਾਪਤ ਕੀਤਾ ਹੈ। कबीर मेरी जात को सबको हंसने हार,
बलिहारी इस जात को, जेह जप्यो सिरजनहार। कबीर जी कहते ਹਨ, मेरी इस जुलाहे दी जात नूं नीवी समझ के हर कोई हसदा है, पर मैं इस अपनी नीवी जात तो कुर्बान जाना हां, जिस ने परमात्मा दा नाम जपिया है। कबीर डगमग क्या करे, कहाँ डुलावे जियो, सर्व सुख को नाई को, राम नाम रस पियो। हे कबीर, डावाडोल होके अपने मन नूं क्यों डुलाउंदा है? सारे सुखां दा स्वामी जो वाहिगुरु है, उस दे नाम अमृत रस नूं पीना कर, उस दा सिमरन कर। कबीर कंचन के कुंडल बने, ऊपर लाल जड़ाओ, दिसै दाधे कान जो, जिन मन नहीं नाओ। हे कबीर, सोने दे कुंडल ਕੰਨ ਦੇ ਵਾਲੇ ਜਿਨ੍ਹਾਂ ਉੱਪਰ ਲਾਲ ਜੜੇ ਹੋਏ ਹਨ, ਉਹ ਸੋਨੇ ਇਉਂ ਜਪਦੇ ਹਨ ਜਿਵੇਂ ਸੜੇ ਹੋਏ ਕਾਨੇ ਜੋ ਬਾਹਰੋਂ ਲਿਸਕਦੇ ਹਨ ਪਰ ਅੰਦਰੋਂ ਸੜੇ ਹੋਏ ਸੁਆਹ ਹੁੰਦੇ ਹਨ। ਇਹੀ ਹਾਲ ਉਹਨਾਂ ਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ। कबीर ऐसा एक आप जो, जीवत मृतक होए, निर्भय होए कै गुण रवै, जत पेखियो तत सोए। कबीर जी कहते ਹਨ, ਅਜਿਹਾ ਕੋਈ ਇੱਕ ਅਧ ਵਿਰਲਾ ਹੀ ਹੁੰਦਾ ਹੈ ਜਿਹੜਾ ਜਿਉਂਦਾ ਹੀ ਮੁਰਦੇ ਸਮਾਨ ਹੋਵੇ। ਉਹ ਦੁੱਖਾਂ ਸੁੱਖਾਂ ਵਿੱਚ ਅਡੋਲ ਰਹਿੰਦਾ ਹੈ। ਐਸਾ ਪੁਰਖ ਨਿਰਭੈ ਹੋ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਜਿੱਧਰ ਵੇਖਦਾ ਹੈ ਉਧਰ ਹੀ ਉਸ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਕਬੀਰ ਜਾਂ ਦਿਨ ਹੋ ਮੁਆ, ਪਾਛੈ ਭਇਆ ਆਨੰਦ, मोहे मिलियो प्रभु आपना, संगी भजे गोबिंद। कबीर जी कहते ਹਨ, जिस दिन मैं मेरी मर गई, उस तो पिछों आनंद हो गया, मैनू अपना मालक मिल गया ਅਤੇ मेरी संगी ज्ञान इंद्रे परमात्मा दे भजन सिमरन विच लग गए। कबीर सब ते हम बुरे, हम तज भलो सब कोई, जिन ऐसा कर बूझिया, मीत हमारा सोए। कबीर जी कहते ਹਨ, मैं सब तो बुरा हाँ, मैनू ਛੱਡ ਕੇ ਹੋਰ ਸਭ ਚੰਗੇ ਹਨ। ਜਿਸ ਨੇ ਅਜਿਹਾ ਕਰਕੇ ਸਮਝ ਲਿਆ ਹੈ, ਉਹੀ ਮੇਰਾ ਮਿੱਤਰ ਹੈ। कबीर आई मुझे पे, अनक करे कर भेस, हम राखे गुरु आपने, उनकी नो आदेश। कबीर जी कहते ਹਨ, मेरे पास माया कई प्रकार दे भेस करके आई, सानू उस खेखणहारी तो मेरे गुरु ने रख लिया ते ओह नमस्कार करके चली गई। कबीर सोई मारियै, जह मुए सुख होए, भलो भलो सबको कहे,
बुरो ना मानै कोई। ਕਬੀਰ ਜੀ ਕਹਿੰਦੇ ਹਨ, ਉਹ ਵਸਤੂ ਹਉਮੈ ਨੂੰ ਮਾਰਨਾ ਚਾਹੀਦਾ ਹੈ ਜਿਸ ਦੇ ਮਰਨ ਕਰਕੇ ਆਪਣੇ ਮਨ ਨੂੰ ਸੁਖ ਪ੍ਰਾਪਤ ਹੋਵੇ। ਫਿਰ ਸਭ ਕੋਈ ਚੰਗਾ ਚੰਗਾ ਕਰਕੇ ਆਖੇ ਅਤੇ ਇਸ ਦੇ ਮਰਨ ਨੂੰ ਬੁਰਾ ਕੋਈ ਵੀ ਨਾ ਆਖੇ। ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਭੇ ਜੰਤ, ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਕਬੀਰ ਜੀ ਕਹਿੰਦੇ ਹਨ, ਜਦ ਰਾਤਾਂ ਹਨੇਰੀਆਂ ਹੋਣ ਤਾਂ ਕਾਰੇ ਜੰਤ ਚੋਰ ਲੋਕ ਚੋਰੀ ਲਈ ਉਭੇ ਉੱਠ ਖੜੇ ਹੁੰਦੇ ਹਨ ਅਤੇ ਹੱਥਾਂ ਵਿੱਚ ਫਾਹੀਆਂ ਲੈ ਕੇ ਉੱਠ ਦੌੜਦੇ ਹਨ। ਐਸੇ ਬੰਦਿਆਂ ਨੂੰ ਇਉਂ ਜਾਣੋ ਕਿ ਉਹ ਰੱਬ ਦੇ ਮਾਰੇ ਤਿਰਸਕਾਰੇ ਹੋਏ ਹਨ। ਸਾਧ ਸੰਗਤ ਜੀ, 243 ਸ਼ਲੋਕਾਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 1364 ਤੋਂ ਆਰੰਭ ਨੇ, ਰੋਜ਼ ਦੇ 10 ਸ਼ਲੋਕਾਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਪ੍ਰਮਾਤਮਾ ਸਭ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।